हाँ जी, ਜਿਹੜਾ ਹੈ ਆਪਣੇ ਕੋਲੇ ਇਰਰੀਡਿਊਸੀਬਲ ਅਤੇ ਰਿਡਿਊਸੀਬਲ ਰਿਪਰਜੈਂਟੇਸ਼ਨਸ ਕਰਨ ਤੋਂ ਬਾਅਦ ਆਪਣੇ ਕੋਲੇ ਆ ਜਾਂਦਾ ਜੋ ਦੈਟ ਇਜ਼ ਵੀ ਰਿਡਿਊਸੀਬਲ ਰਿਪਰਜੈਂਟੇਸ਼ਨਾਂ ਨੇ ਜਿਹੜੀਆਂ ਆਪਣੀਆਂ ਉਹਨਾਂ ਨੂੰ ਆਪਾਂ ਡਰਾਈਵ ਕਿਵੇਂ ਕਰਨਾ, ਆਪਾਂ ਨੂੰ ਕਿਵੇਂ ਪਤਾ ਲੱਗੂਗਾ ਵੀ ਜਿਹੜੀਆਂ ਇਰਰੀਡਿਊਸੀਬਲ ਰਿਪਰਜੈਂਟੇਸ਼ਨਸ ਨੇ ਉਹਨਾਂ ਦੀਆਂ ਕੀ ਵੈਲਿਊਜ਼ ਨੇ, ਕੀ ਕਰੈਕਟਰਸ ਨੇ ਉਹਨਾਂ ਦੇ, ਅਲੱਗ-ਅਲੱਗ ਆਪਣੇ ਕੋਲ ਜਿਹੜੇ ਸਿਮੈਟਰੀ ਐਲੀਮੈਂਟਸ ਨੇ ਉਹਨਾਂ ਦੇ। ਤਾਂ ਸਭ ਤੋਂ ਪਹਿਲਾ ਕੰਮ ਜਿਹੜਾ ਆਪਾਂ ਹੁਣ ਕਰਾਂਗੇ ਉਹ ਕਰਾਂਗੇ ਆਪਾਂ ਇਰਰੀਡਿਊਸੀਬਲ ਰਿਪਰਜੈਂਟੇਸ਼ਨਸ ਨੂੰ ਡਰਾਈਵ ਕਰਨਾ, ਮਤਲਬ ਉਹਨਾਂ ਦੇ ਅੰਡਰ ਕਿਹੜੇ ਕਰੈਕਟਰਸ ਆਉਂਦੇ ਆ, ਕਿਹੜੇ ਸਿਮੈਟਰੀ ਐਲੀਮੈਂਟ ਦੇ, ਠੀਕ ਹੈ। ਤਾਂ ਉਸ ਤੋਂ ਬਾਅਦ ਆਪਾਂ ਉਹਨਾਂ ਨੂੰ ਨਾਮ ਦੇਵਾਂਗੇ, ਫਿਰ ਕਰੈਕਟਰ ਟੇਬਲ ਬਣਾਵਾਂਗੇ ਐਂਡ ਦੈਨ ਰਿਡਿਊਸੀਬਲ ਰਿਪਰਜੈਂਟੇਸ਼ਨ ਬਣਾ ਕੇ ਉਹਨੂੰ ਆਪਾਂ ਰਿਡਿਊਸ ਕਰਾਂਗੇ ਇਰਰੀਡਿਊਸੀਬਲ ਦੇ ਵਿੱਚ, ਠੀਕ ਹੈ। ਤਾਂ ਇਹ ਆਪਣਾ ਜਿਹੜਾ ਹੈ ਟੋਟਲ ਪ੍ਰੋਸੀਜਰ ਹੈ। ਸਭ ਤੋਂ ਪਹਿਲਾਂ ਇਹਦੇ ਲਈ ਇਹ ਚੀਜ਼ ਨੂੰ ਕਰਨ ਦੇ ਵਾਸਤੇ ਸਭ ਤੋਂ ਪਹਿਲਾਂ ਜਿਹੜੀ ਚੀਜ਼ ਯੂਜ਼ ਹੁੰਦੀ ਹੈ ਆਪਣੇ ਕੋਲ ਦੈਟ ਇਜ਼ ਗ੍ਰੇਟ ਆਰਥੋਗਨੈਲਿਟੀ ਥਿਓਰਮ, ਠੀਕ ਹੈ। ਜਿਹੜੀ ਗ੍ਰੇਟ ਆਰਥੋਗਨੈਲਿਟੀ ਥਿਓਰਮ ਹੈ ਵੈਸੇ ਇਹਦੇ ਨਾਲ ਹੀ ਆਪਾਂ ਜਿਹੜੀਆਂ ਹੈ ਸਾਰੀਆਂ ਕੈਲਕੂਲੇਸ਼ਨਸ ਵਗੈਰਾ ਕਰਦੇ ਹਾਂ ਇਰਰੀਡਿਊਸੀਬਲ ਅਤੇ ਰਿਡਿਊਸੀਬਲ ਰਿਪਰਜੈਂਟੇਸ਼ਨਸ ਦੇ ਵਿੱਚ। ਵੈਸੇ ਰਿਡਿਊਸੀਬਲ ਰਿਪਰਜੈਂਟੇਸ਼ਨਸ ਦੇ ਵਿੱਚ ਜ਼ਿਆਦਾਤਰ ਯੂਜ਼ ਹੁੰਦੀ ਹੈ, ਠੀਕ ਹੈ। ਬਟ ਐਜ਼ ਸੱਚ ਜਿੱਦਾਂ ਦੀ ਇਹਦੀ ਡੈਫੀਨੇਸ਼ਨ ਹੈ ਐਜ਼ ਸੱਚ ਨਹੀਂ ਯੂਜ਼ ਹੁੰਦੀ, ਇਹਦੇ ਥੋੜ੍ਹੇ ਜਿਹੇ ਮਤਲਬ ਕਈ ਸਪੈਸ਼ਲ ਕੇਸਿਸ ਯੂਜ਼ ਹੁੰਦੇ ਆ। ਤਾਂ ਇਹਦੇ ਲਈ ਸਭ ਤੋਂ ਪਹਿਲਾਂ ਆਪਾਂ ਪੜ੍ਹਦੇ ਹਾਂ ਵੀ ਹੈ ਕੀ ਹੈ। ਗ੍ਰੇਟ ਆਰਥੋਗਨੈਲਿਟੀ ਥਿਓਰਮ ਹੈ ਜਿਹੜੀ ਉਹਦੀ ਮੈਥਮੈਟੀਕਲ ਫਾਰਮ ਇਹ ਹੈ, ਦਿਸ ਇਜ਼ ਸਮੇਸ਼ਨ ਓਵਰ ਆਰ, ਠੀਕ ਹੈ। ਇੱਥੇ ਇਹਨੂੰ ਕਹਿੰਦੇ ਹੈ ਗਾਮਾ, ਵੈਸੇ ਤਾਂ ਇਹਨੂੰ ਗਾਮਾ ਫੰਕਸ਼ਨ ਹੁੰਦਾ, ਵੈਸੇ ਇਹਨੂੰ ਟੋਏ ਬੋਲਦੇ ਹਾਂ ਆਪਾਂ, ਟੋਆਈ ਆਰ ਐਮ ਐਨ ਟੋ ਜੇ ਆਰ ਐਮ ਡੈਸ਼ ਐਨ ਡੈਸ਼ ਸਟਾਰ ਇਜ਼ ਇਕੁਅਲ ਟੂ ਐਚ ਬਾਈ √ of LILJ ਡੈਲਟਾ ਆਈ ਜੇ ਡੈਲਟਾ ਐਮ ਡੈਸ਼ ਡੈਲਟਾ ਐਨ ਡੈਸ਼, ਠੀਕ ਹੈ। ਤਾਂ ਇਹ ਜਿਹੜਾ ਹੈ ਆਪਣਾ ਇਹ ਹੈ ਗ੍ਰੇਟ ਆਰਥੋਗਨੈਲਿਟੀ ਥਿਓਰਮ ਦੀ ਮੈਥਮੈਟੀਕਲ ਫਾਰਮ। ਤਾਂ ਹੁਣ ਇਹਦੇ ਵਿੱਚ ਅਲੱਗ-ਅਲੱਗ ਟਰਮਾਂ ਨੇ ਜਿਹੜੀਆਂ ਉਹ ਕੀ ਨੇ ਆਪਣੇ ਕੋਲ। ਸਭ ਤੋਂ ਪਹਿਲਾਂ ਸਮੇਸ਼ਨ ਹੈ ਜਿਹੜਾ ਉਹ ਯੂਜ਼ ਕੀਤਾ ਜਾਂਦਾ ਗਾ ਪਲੱਸ ਕਰਨ ਦੇ ਲਈ, ਮਤਲਬ ਕਈ ਟਰਮਸ ਨੇ ਉਹਨਾਂ ਦੇ ਵਿੱਚ ਆਪਾਂ ਪਲੱਸ ਕਰਨਾ ਗਾ ਤਾਂ ਉੱਥੇ ਆਪਾਂ ਸਮੇਸ਼ਨ ਲਿਖ ਦਿੰਦੇ ਹਾਂ, ਠੀਕ ਹੈ, ਓਵਰ ਆਰ ਕੀ ਹੈ ਇੱਥੇ ਆਰ ਇਜ਼ ਦਾ ਸਿਮੈਟਰੀ ਆਪਰੇਸ਼ਨ, ਠੀਕ ਹੈ। ਹੁਣ ਆਪਾਂ ਅਲੱਗ-ਅਲੱਗ ਟਰਮਸ ਨੂੰ ਡਿਫਾਈਨ ਕਰਦੇ ਹਾਂ। ਜਿਹੜਾ ਟੋ ਆਈ ਅਤੇ ਟੋ ਜੇ ਹੈ ਦੈਟ ਆਰ ਆਇਥ ਐਂਡ ਜੇਥ ਇਰਰੀਡਿਊਸੀਬਲ ਰਿਪਰਜੈਂਟੇਸ਼ਨ, ਮਤਲਬ ਟੋ ਆਈ ਅਤੇ ਟੋ ਜੇ ਨੇ ਜਿਹੜੇ ਇਹ ਆਇਥ ਅਤੇ ਜੇਥ, ਜਿੱਦਾਂ ਇੱਥੇ ਟੋ 1 ਅਤੇ ਟੋ 2 ਹੁੰਦਾ ਤਾਂ ਫਸਟ ਐਂਡ ਸੈਕਿੰਡ ਇਰਰੀਡਿਊਸੀਬਲ ਰਿਪਰਜੈਂਟੇਸ਼ਨਸ ਆਫ ਪੁਆਇੰਟ ਗਰੁੱਪ ਵਿਦ ਆਰਡਰ ਐਚ ਕੀ ਹੈ ਇੱਥੇ ਆਰਡਰ, ਠੀਕ ਹੈ। ਅਤੇ ਡਾਇਮੈਂਸ਼ਨਸ LI ਐਂਡ LJ, LI ਅਤੇ LJ ਨੇ ਜਿਹੜੀਆਂ LI TI ਦੀ ਗਾਮਾ ਆਈ ਦੀ ਜਿਹੜੀ ਡਾਇਮੈਂਸ਼ਨ ਹੈ, ਜਿਹੜੀ LJ ਹੈ ਉਹ ਗਾਮਾ ਜੇ ਦੀ ਡਾਇਮੈਂਸ਼ਨ ਹੈ। ਡਾਇਮੈਂਸ਼ਨ ਕੀ ਹੁੰਦੀ ਹੈ, ਜਿਹੜਾ ਇਹਦਾ ਮੈਟ੍ਰਿਕਸ ਹੈ, ਆਪਾਂ ਮੈਟ੍ਰਿਕਸ ਬਣਾਏ ਸੀ ਪਿਛਲੀ ਵੀਡੀਓ ਦੇ ਵਿੱਚ, ਜਿਹੜਾ ਮੈਟ੍ਰਿਕਸ ਹੈ ਉਹ ਕਿੰਨੇ ਬਾਏ ਕਿੰਨੇ ਦਾ ਹੈ। ਜੇ 1/1 ਦਾ ਮੈਟ੍ਰਿਕਸ ਹੈ ਤਾਂ 1 ਡਾਇਮੈਂਸ਼ਨਲ, ਜੇ 2/2 ਦਾ ਤਾਂ 2 ਡਾਇਮੈਂਸ਼ਨਲ, 3/3 ਦਾ ਤਾਂ 3 ਡਾਇਮੈਂਸ਼ਨਲ, ਠੀਕ ਹੈ। ਤਾਂ LI ਅਤੇ LJ ਕੀ ਨੇ ਡਾਇਮੈਂਸ਼ਨਸ ਨੇ। ਉਸ ਤੋਂ ਬਾਅਦ ਟੋ 1 RMN, ਇਹ ਕੀ ਹੈ ਹੁਣ ਇਸਦਾ mnth ਐਲੀਮੈਂਟ, mnth ਐਲੀਮੈਂਟ ਮਤਲਬ m ਹੋ ਗਿਆ ਆਪਣੇ ਕੋਲ ਰੋ, n ਹੋ ਗਿਆ ਕਾਲਮ, ਇਜ਼ ਦਾ mnth ਐਲੀਮੈਂਟ ਆਫ ਮੈਟ੍ਰਿਕਸ ਆਫ ਸਿਮੈਟਰੀ। ਮੈਟ੍ਰਿਕਸ ਦੇ ਆਪਾਂ ਨੂੰ ਪਤਾ ਵੀ ਪਹਿਲਾਂ ਆਪਾਂ ਰੋ ਦਾ ਐਲੀਮੈਂਟ ਲਿਖਦੇ ਹਾਂ ਫਿਰ ਕਾਲਮ ਲਿਖਦੇ ਹਾਂ, ਠੀਕ ਹੈ। ਤਾਂ m ਰੋ n ਹੋ ਗਿਆ ਉਹਦਾ ਕਾਲਮ, ਇਜ਼ ਦਾ mnth ਐਲੀਮੈਂਟ ਆਫ ਮੈਟ੍ਰਿਕਸ ਆਫ ਸਿਮੈਟਰੀ ਆਪਰੇਸ਼ਨ r ਕੀ ਹੈ ਕੋਈ ਵੀ ਸਿਮੈਟਰੀ ਆਪਰੇਸ਼ਨ, ਜਿਵੇਂ C2 ਹੋ ਗਿਆ, ਸਿਗਮਾ ਹੋ ਗਿਆ, ਜਾਂ E ਹੋਈ ਹੋ ਗਿਆ, ਜਾਂ I ਹੋ ਗਿਆ, ਠੀਕ ਹੈ। ਕੋਈ ਵੀ ਸਿਮੈਟਰੀ ਆਪਰੇਸ਼ਨ ਹੈ ਉਹਦਾ r ਉਹਨੂੰ ਆਪਾਂ ਸਿਮੈਟਰੀ ਆਪਰੇਸ਼ਨ ਨੂੰ ਲਿਖਦੇ ਹਾਂ। ਤਾਂ ਟੋ ਆਈ ਆਰ ਐਮ ਐਨ ਕੀ ਆ mnth ਐਲੀਮੈਂਟ ਆਫ r, ਠੀਕ ਹੈ, ਫਰੋਮ ਫਸਟ ਉਸਦੀ ਜਿਹੜੀ ਆਇਥ ਇਰਰੀਡਿਊਸੀਬਲ ਰਿਪਰਜੈਂਟੇਸ਼ਨ। ਅਤੇ ਟੋ ਜੇ ਆਰ ਐਮ ਡੈਸ਼ ਐਨ ਡੈਸ਼ ਕੀ ਹੈ ਐਮ ਡੈਸ਼ ਐਨ ਡੈਸ਼ ਐਲੀਮੈਂਟ ਆਫ ਟੋ ਜੇ, ਠੀਕ ਹੈ, ਵਿਦ ਐਂਡ ਟੋ ਜੇ ਜਿਹੜੀ ਹੈ ਜੇਥ ਹੋ ਗਈ ਹੈ ਇਰਰੀਡਿਊਸੀਬਲ ਰਿਪਰਜੈਂਟੇਸ਼ਨ, ਅਤੇ ਆਰ ਕੀ ਹੈ ਇੱਥੇ ਆਰ ਇਜ਼ ਅਗੇਨ ਸਿਮੈਟਰੀ ਐਲੀਮੈਂਟ, ਜਾਂ ਫਿਰ ਇਹਨੂੰ ਆਪਾਂ ਕੀ ਕਹਿੰਦੇ ਨੇ ਕੰਪਲੈਕਸ ਕੰਜੂਗੇਟ ਆਫ ਦਿਸ, ਜਿਹੜਾ ਆਪਾਂ ਪਹਿਲਾਂ ਲਿਖਿਆ ਜੇ I ਇਜ਼ ਇਕੁਅਲ ਟੂ ਜੇ ਹੈ, ਜੇ ਨਹੀਂ ਹੈ ਤਾਂ ਕੰਪਲੈਕਸ ਕੰਜੂਗੇਟ ਆਫ ਦਿਸ, ਠੀਕ ਹੈ। ਅੱਗੇ ਡੈਲਟਾਜ਼ ਕੀ ਨੇ, ਵਾਟ ਆਰ ਡੈਲਟਾਜ਼ ਜਿਹੜੇ ਇਹਨਾਂ ਨੂੰ ਨਾ ਕੋਰਨੈਕਰ ਡੈਲਟਾ ਕਹਿੰਦੇ ਆ, ਠੀਕ ਹੈ। ਵੈਸੇ ਮੈਥ ਦੀਆਂ ਟਰਮਾਂ ਨੇ ਸਾਰੀਆਂ, ਕੋਈ ਯੂਜ਼ ਦੀਆਂ ਹੈ ਨਹੀਂ, ਬਟ ਇਹਦੀ ਡੈਫੀਨੇਸ਼ਨ ਕਈ ਵਾਰੀ ਆ ਜਾਂਦੀ ਹੈ 2 ਨੰਬਰ 'ਚ, ਤਾਂ ਉਹਦੇ ਲਈ ਇਹ ਕਰਨੀ ਪੈਂਦੀ ਹੈ, ठीक है। तो कनेक्टर डेल्टा की है डेल्टा आई जे एम एम डैश है एन एन डैश है,
ਇਹਨਾਂ ਦੀਆਂ ਵੈਲਿਊਜ਼ 1 ਅਤੇ 0 ਹੀ ਹੋਣਗੀਆਂ ਸਾਰਿਆਂ ਦੀਆਂ, ਠੀਕ ਹੈ। 1 ਕਦੋਂ ਹੋਊਗੀ, ਇੱਥੇ ਆਈ 'ਚ ਦੇਖ ਲਓ, ਜੇ ਆਈ ਅਤੇ ਜੇ ਆ ਤਾਂ ਆਈ ਇਜ਼ ਇਕੁਅਲ ਟੂ ਜੇ ਹੋਊਗਾ ਜਦੋਂ, ਉਦੋਂ 1 ਹੋਊਗੀ। ਜਦੋਂ ਨਾਟ ਇਕੁਅਲ ਹੈ ਉਦੋਂ 0 ਹੋਊਗੀ। ਐਮ ਡੈਸ਼ 'ਚ ਜਦੋਂ ਐਮ ਇਜ਼ ਇਕੁਅਲ ਟੂ ਐਮ ਡੈਸ਼ ਹੈ ਉਦੋਂ 1, ਜਦੋਂ ਨਹੀਂ ਹੈ ਉਦੋਂ 0। ਐਨ ਡੈਸ਼ 'ਚ ਜਦੋਂ ਹੈ ਉਦੋਂ 1, ਜਦੋਂ ਨਹੀਂ ਹੈ ਉਦੋਂ 0, ਠੀਕ ਹੈ। ਜਦੋਂ ਦੋਨੇ ਬਰਾਬਰ ਨੇ ਫਿਰ ਤਾਂ 1 ਹੈ, ਜੇ ਨਹੀਂ ਬਰਾਬਰ ਹੈਗੇ ਤਾਂ 0 ਹੈ, ਠੀਕ ਹੈ। ਉਸ ਤੋਂ ਬਾਅਦ ਇਹਦੀਆਂ ਤਿੰਨ ਇਹਦੀਆਂ ਜਿਹੜੀਆਂ ਆਪਣੇ ਕੋਲ ਰਿਜ਼ਲਟਸ ਨੇ ਇਸ ਥਿਊਰਮ ਦੇ ਹੀ 3 ਰਿਜ਼ਲਟ ਨੇ ਜਿਹੜੇ ਆਪਣੇ ਕੋਲ ਯੂਜ਼ ਹੋਣਗੇ, ਠੀਕ ਹੈ। ਉਹ ਰਿਜ਼ਲਟਸ ਆਪਾਂ ਜਿਹੜੇ ਹੈ ਹੁਣ ਕਰਦੇ ਹਾਂ। ਹਾਂਜੀ, ਜਿਹੜਾ ਪਹਿਲਾ ਰਿਜ਼ਲਟ ਹੈ ਉਹ ਰਿਜ਼ਲਟ ਹੈ ਆਪਣੇ ਕੋਲ ਜੇ ਤਾਂ 2 ਡਿਫਰੈਂਟ ਇਰਰੀਡਿਊਸੀਬਲ ਰਿਪਰੈਜ਼ੈਂਟੇਸ਼ਨਸ ਨੇ, ਮਤਲਬ ਆਈ ਇਜ਼ ਨਾਟ ਇਕੁਅਲ ਟੂ ਜੇ, ਠੀਕ ਹੈ। ਦੋਹੇ ਡਿਫਰੈਂਟ ਨੇ ਪਰ ਉਹਨਾਂ ਦੇ ਐਲੀਮੈਂਟਸ ਸੇਮ ਨੇ, ਠੀਕ ਹੈ। ਤਾਂ ਜਦੋਂ ਐਮ ਇਜ਼ ਇਕੁਅਲ ਟੂ ਐਮ ਡੈਸ਼ ਆ ਉਦੋਂ ਦਿਸ ਵਾਲਾ ਡੈਲਟਾ 0 ਹੋ ਜਾਊਗਾ ਅਤੇ ਆ ਵੀ 0 ਹੋ ਜਾਊਗਾ, ਠੀਕ ਹੈ। ਬਟ ਆ 0 ਨਹੀਂ ਹੈਗਾ, ਤਾਂ ਇੱਥੇ ਜਦੋਂ ਇਹਨੂੰ ਪੁੱਟ ਕਰਾਂਗੇ ਆ ਵੀ 0 ਆ ਵੀ 0 ਤਾਂ 0 ਇੰਟੂ ਸਮਥਿੰਗ ਇਜ਼ ਇਕੁਅਲ ਟੂ 0, ਠੀਕ ਹੈ। ਤਾਂ 0 ਇੰਟੂ 1 ਇਜ਼ ਇਕੁਅਲ ਟੂ 0। ਜਦੋਂ ਸੇਮ ਇਰਰੀਡਿਊਸੀਬਲ ਰਿਪਰੈਜ਼ੈਂਟੇਸ਼ਨ ਹੈ, ਮਤਲਬ ਆਈ ਇਜ਼ ਇਕੁਅਲ ਟੂ ਜੇ ਹੈ, ਪਰ ਐਮ ਨਾਟ ਇਕੁਅਲ ਟੂ ਐਮ ਡੈਸ਼, ਐਨ ਨਾਟ ਇਕੁਅਲ ਟੂ ਐਨ ਡੈਸ਼ ਆ, ਉਸ ਟਾਈਮ 'ਤੇ ਆ 0 ਹੋ ਜਾਊਗਾ ਪਹਿਲਾਂ, ਦੂਸਰੇ 2 ਨਹੀਂ 0 ਹੈਗੇ, ਉਦੋਂ ਵੀ 0 ਇੰਟੂ ਸਮਥਿੰਗ ਇਜ਼ ਇਕੁਅਲ ਟੂ 0, ਠੀਕ ਹੈ। ਜਦੋਂ ਸੇਮ ਇਰਰੀਡਿਊਸੀਬਲ ਰਿਪਰੈਜ਼ੈਂਟੇਸ਼ਨ ਹੈ, ਮਤਲਬ ਆਈ ਇਜ਼ ਇਕੁਅਲ ਟੂ ਜੇ ਹੈ, ਠੀਕ ਹੈ, ਅਤੇ ਐਮ ਇਜ਼ ਇਕੁਅਲ ਟੂ ਐਮ ਡੈਸ਼ ਹੈ ਅਤੇ ਐਨ ਇਜ਼ ਇਕੁਅਲ ਟੂ ਐਨ ਡੈਸ਼ ਹੈ, ਉਸ ਟਾਈਮ ਕੀ ਹੋਊਗਾ, ਐਚ ਡਿਵਾਈਡਡ ਬਾਏ ਐਲ ਆਈ ਇਜ਼ ਇਕੁਅਲ ਟੂ ਐਲ ਜੇ ਹੋ ਗਿਆ, ਠੀਕ ਹੈ। ਤਾਂ ਐਲ ਆਈ ਲਿਖ ਲਾਂਗੇ ਇੱਥੇ ਆਪਾਂ, ਇੱਥੇ ਕੀ ਬਣ ਗਿਆ 1 1 1, ਠੀਕ ਹੈ। ਤਾਂ ਆਪਣੇ ਕੋਲ ਕੀ ਰਹਿ ਗਿਆ, ਐਚ ਡਿਵਾਈਡਡ ਬਾਏ ਐਲ ਆਈ ਇੰਟੂ ਐਲ ਆਈ 1 1 1 1, ਤਾਂ ਇੱਦਾਂ ਹੀ ਰਹਿ ਗਿਆ 1 ਹੀ। ਤਾਂ ਇੱਥੇ ਕੀ ਬਣ ਗਿਆ, ਐਚ ਡਿਵਾਈਡਡ ਬਾਏ ਐਲ ਆਈ ਦਾ ਸਕੇਅਰ, ਉਹਦਾ ਰੂਟ, ਠੀਕ ਹੈ। ਸਕੇਅਰ ਨਾਲ ਰੂਟ ਕੱਟ ਗਿਆ, ਐਲ ਆਈ ਰਹਿ ਗਿਆ। ਤਾਂ ਇਹਦਾ ਰਿਜ਼ਲਟ ਕੀ ਆਇਆ, ਸੇਮ ਇਰਰੀਡਿਊਸੀਬਲ ਰਿਪਰੈਜ਼ੈਂਟੇਸ਼ਨ ਦੇ ਵਿੱਚ ਜਦੋਂ ਐਮ ਇਜ਼ ਇਕੁਅਲ ਟੂ ਐਮ ਡੈਸ਼, ਐਨ ਇਜ਼ ਇਕੁਅਲ ਟੂ ਐਨ ਡੈਸ਼, ਤਾਂ ਆ ਇਹਦਾ ਰਿਜ਼ਲਟ ਹੋਊਗਾ ਆਰਡਰ ਡਿਵਾਈਡਡ ਬਾਏ ਡਾਇਮੈਂਸ਼ਨ, ਠੀਕ ਹੈ। ਜਿਹੜੀ ਉਹਦੀ ਡਾਇਮੈਂਸ਼ਨ ਹੋਊਗੀ ਉਹਨੂੰ ਆਪਾਂ ਆਰਡਰ ਨੂੰ ਡਾਇਮੈਂਸ਼ਨ ਨਾਲ ਡਿਵਾਈਡ ਕਰ ਦੇਣਾ, ਠੀਕ ਹੈ। ਹੁਣ ਉਸ ਤੋਂ ਬਾਅਦ ਇਰਰੀਡਿਊਸੀਬਲ, ਇਹ ਤਾਂ ਹੋ ਗਈ ਗ੍ਰੇਟ ਆਰਥੋਗੋਨੈਲਿਟੀ ਥਿਊਰਮ। ਇਰਰੀਡਿਊਸੀਬਲ ਰਿਪਰੈਜ਼ੈਂਟੇਸ਼ਨਸ ਨੂੰ ਡਿਰਾਈਵ ਕਰਨ ਲਈ ਆਪਣੇ ਕੋਲ 5 ਬੇਸਿਕ ਰੂਲਸ ਹੁੰਦੇ ਨੇ, ਠੀਕ ਹੈ, ਜਿਹੜੇ ਆਪਾਂ ਨੂੰ ਜਿਨ੍ਹਾਂ ਦੀ ਲੋੜ ਪੈਂਦੀ ਆ ਉਹਨਾਂ ਨੂੰ ਡਰਾਈਵ ਕਰਨ ਦੇ ਲਈ। ਉਹ ਬੇਸਿਕ ਰੂਲਸ ਹੈ ਕਿਹੜੇ ਨੇ ਆਪਣੇ ਕੋਲ, ਹੁਣ ਆਪਾਂ ਉਹ ਰੂਲਸ ਪੜ੍ਹਨੇ, ਉਸ ਤੋਂ ਬਾਅਦ ਆਪਾਂ ਜਿਹੜੀਆਂ ਇਰਰੀਡਿਊਸੀਬਲ ਰਿਪਰੈਜ਼ੈਂਟੇਸ਼ਨਸ ਨੇ ਉਹਨਾਂ ਨੂੰ ਡਰਾਈਵ ਕਰਾਂਗੇ, ਠੀਕ ਹੈ। 2 ਐਗਜ਼ਾਮਪਲਸ ਕਰਾਂਗੇ, C2V ਅਤੇ C3V। ਅਤੇ ਜਿਵੇਂ 5 ਇੰਪੋਰਟੈਂਟ ਰਿਜ਼ਲਟਸ ਨੇ ਜਿਹੜੇ, ਉਹਨਾਂ ਦੇ ਵਿੱਚੋਂ ਪਹਿਲਾ ਕਿਹੜਾ ਹੈ, ਜਿਹੜਾ ਪਹਿਲਾ ਹੈ ਉਹ ਕੀ ਆ, ਇਨ ਅ ਗਿਵਨ ਰਿਪਰੈਜ਼ੈਂਟੇਸ਼ਨ, ਕੋਈ ਇੱਕ ਰਿਪਰੈਜ਼ੈਂਟੇਸ਼ਨ ਹੈ, ਠੀਕ ਹੈ। ਉਹਦੇ ਵਿੱਚ the characters of all matrix belonging to operations in the same class are identical। ਮਤਲਬ ਜਿਵੇਂ ਮੰਨ ਲਓ ਆਪਾਂ C3 ਵੀ ਕਰਦੇ ਹਾਂ, ਠੀਕ ਹੈ। C3 ਵੀ ਪੁਆਇੰਟ ਗਰੁੱਪ, ਉਹਦੇ ਵਿੱਚ ਆਪਾਂ ਕੀ ਲਿਖਦੇ ਹਾਂ, E, ਇੱਕ C31 ਹੈ, ਇੱਕ C32 ਹੈ, ਜਿਹੜੀਆਂ ਦੋਹੇ C3 ਨੇ, C31 ਵੀ ਅਤੇ C32 ਵੀ, ਦੋਨੋਂ ਆਪਾਂ ਸੇਮ ਕਲਾਸ ਦੇ ਵਿੱਚ ਲਿਖਦੇ ਹਾਂ, ਠੀਕ ਹੈ। ਤਾਂ ਜਿਹੜਾ ਕਰੈਕਟਰ C31 ਦਾ ਹੋਊਗਾ ਉਹੀ ਕਰੈਕਟਰ C32 ਦਾ ਹੋਊਗਾ, ਠੀਕ ਹੈ। ਇਹ ਦੋਨੇ ਜਦੋਂ ਸੇਮ ਹੋਣਗੇ ਤਾਂ ਇਹਨਾਂ ਨੂੰ ਆਪਾਂ ਇੱਕ ਥਾਂ 'ਤੇ ਹੀ ਲਿਖ ਲਾਂਗੇ, ਮਤਲਬ ਅਲੱਗ-ਅਲੱਗ ਲਿਖਣ ਦੀ ਥਾਂ 'ਤੇ ਇਕੱਠੇ ਕਰਕੇ ਲਿਖ ਲਾਂਗੇ, ਠੀਕ ਹੈ। ਜਿਵੇਂ ਹੋਰ ਐਗਜ਼ਾਮਪਲ ਆਪਾਂ ਲੈ ਸਕਦੇ ਹਾਂ, ਸਿਗਮਾ ਡੈਸ਼, ਸਿਗਮਾ ਡੈਸ਼ ਅਤੇ ਸਿਗਮਾ ਡਬਲ ਡੈਸ਼, ਇਹ ਹੁੰਦੇ ਆ C3V ਦੇ ਵਿੱਚ, ਠੀਕ ਹੈ। ਤਿੰਨੋਂ ਸੇਮ ਕਲਾਸ ਦੇ ਵਿੱਚ, ਇੱਕੋ ਕਲਾਸ ਦੇ ਵਿੱਚ ਹੁੰਦੇ, ਤਾਂ ਤਿੰਨਾਂ ਦਾ ਜਿਹੜਾ ਹੈ ਕਰੈਕਟਰ ਸੇਮ ਹੋਊਗਾ, ਠੀਕ ਹੈ। ਤਾਂ ਇੱਦਾਂ ਆਪਾਂ ਉਹਨਾਂ ਨੂੰ ਇੱਕੋ ਹੀ ਕਲਾਸ ਦੇ ਵਿੱਚ ਲਿਖ ਸਕਦੇ ਹਾਂ। ਨੈਕਸਟ ਹੈ ਦ ਨੰਬਰ ਆਫ ਇਰਰੀਡਿਊਸੀਬਲ ਰਿਪਰੈਜ਼ੈਂਟੇਸ਼ਨਸ ਆਫ ਅ ਗਰੁੱਪ ਇਜ਼ ਇਕੁਅਲ ਟੂ ਨੰਬਰ ਆਫ ਕਲਾਸਿਸ ਇਨ ਦਾ ਗਰੁੱਪ। ਕਿਸੇ ਗਰੁੱਪ ਦੇ ਵਿੱਚ ਇਰਰੀਡਿਊਸੀਬਲ ਰਿਪਰੈਜ਼ੈਂਟੇਸ਼ਨਸ ਕਿੰਨੀਆਂ ਹੋਣਗੀਆਂ, ਜਿੰਨੀਆਂ ਉਸ ਗਰੁੱਪ ਦੇ ਵਿੱਚ ਕਲਾਸਿਸ ਨੇ, ਠੀਕ ਹੈ। ਨੈਕਸਟ ਹੈ ਦ ਸਮ ਆਫ ਸਕੇਅਰਸ ਆਫ ਦ ਕਰੈਕਟਰਸ ਆਫ ਇਨ ਐਨੀ ਇਰਰੀਡਿਊਸੀਬਲ ਰਿਪਰੈਜ਼ੈਂਟੇਸ਼ਨਸ ਇਕੁਅਲ H। ਜਿਹੜੇ ਕੋਈ ਵੀ ਕਰੈਕਟਰ ਹੋਣਗੇ, ਜਿਵੇਂ ਆਪਣੇ ਕੋਲ ਮੰਨ ਲਓ C2V ਕਰ ਰਹੇ ਹਾਂ ਤਾਂ 4 ਆਪਣੇ ਕੋਲ ਸਿਮੈਟਰੀ ਐਲੀਮੈਂਟਸ ਨੇ, E, C2, ਸਿਗਮਾ V ਅਤੇ ਸਿਗਮਾ V ਡੈਸ਼, ਠੀਕ ਹੈ। ਚਾਰਾਂ ਦੇ ਜਿਹੜੇ ਕਰੈਕਟਰਸ ਨੇ, ਠੀਕ ਹੈ, ਉਹਨਾਂ ਦਾ ਸਕੇਅਰਸ ਦਾ ਸਮ ਹੋਊਗਾ ਜਿਹੜਾ ਉਹ ਇਕੁਅਲ ਹੋਊਗਾ ਕਿਹਦੇ, ਗਰੁੱਪ ਦੇ ਆਰਡਰ ਦੇ, ਠੀਕ ਹੈ। ਤਾਂ ਜਿਹੜਾ ਨੈਕਸਟ ਹੈ ਆਪਣੇ ਕੋਲ, ਨੈਕਸਟ ਹੈ ਸਮ ਆਫ ਸਕੇਅਰਸ ਆਫ ਦ ਡਾਇਮੈਂਸ਼ਨਸ। ਡਾਇਮੈਂਸ਼ਨ ਕੀ ਹੁੰਦੀ ਹੈ, ਕਿੰਨੇ ਦਾ ਜਿਹੜਾ ਹੈ ਮੈਟ੍ਰਿਕਸ ਹੈ। ਹੁਣ ਜਿਹੜੀ ਡਾਇਮੈਂਸ਼ਨ ਹੈ, ਇੱਕ ਗੱਲ ਇੱਥੇ ਧਿਆਨ ਰੱਖਣੀ ਹੈ, ਚਲੋ ਇਹ ਬਾਅਦ ਚੋਂ ਕਰਦੇ ਹਾਂ, ਠੀਕ ਹੈ। ਡਾਇਮੈਂਸ਼ਨ ਦੇ ਸਾਰੀਆਂ ਡਾਇਮੈਂਸ਼ਨਾਂ ਦਾ ਸਕੇਅਰ ਦਾ ਜਿਹੜਾ ਸਮ ਹੈ ਉਹ ਵੀ ਇਕੁਅਲ ਟੂ ਕੀ ਹੋਊਗਾ, ਆਰਡਰ ਆਫ ਦਾ ਗਰੁੱਪ, ਆਰਡਰ ਕੀ ਹੁੰਦਾ H, ਠੀਕ ਹੈ। ਸਾਰੀਆਂ ਡਾਇਮੈਂਸ਼ਨਾਂ ਦਾ ਸਕੇਅਰ
कर ले, स्क्वेयर करने तो बाद सम कर लिया, दैट इज़ इक्वल टू ऑर्डर ऑफ द ग्रुप। हुण जे कोई दो इररिड्यूसिबल रिप्रजेंटेशनां ने, कोई भी दो लै लो, ठीक है, सेम नहीं होनी चाहिए, तो फिर अलग अलग ने तो दोनों ऑर्थोगोनल होणियां। ऑर्थोगोनल मतलब दोनों के करैक्टर्स की मल्टीप्लाई करके आप जे सारिਆਂ ਨੂੰ ऐड करते हैं तो दैट इज़ इक्वल टू 0 होगा, ठीक है, ऑर्थोगोनल होनी है। ਹੁਣ ਆਪਾਂ ਇਹਨਾਂ 5 रूल्स ਨੂੰ समझते हैं तो नाल ही दो एग्जाम्पल करते हैं, C2V तो C3V, ठीक है। ਹੁਣ C2V है जी, इतने मैं लिख देना, C2V इज़ द एग्जाम्पल ऑफ नॉन डिजनरेट, ठीक है। तो जी C3V है दैट इज़ डिजनरेट। ये भी मैं थोड़ा समझाना नाल दी नाल ही, ठीक है। डिजनरेट रिड्यूसिबल रिप्रजेंटेशन तो नॉन डिजनरेट रिड्यूसिबल रिप्रजेंटेशन की होंदियां, ठीक है। ये जो आऊगा आप डिजनरेट उदों कर लाँगे, ठीक है। हुण लेट अस नाउ हुण इन्हां दोनों नूं आपां एग्जाम्पलों समझते हैं। पहले आप करते हैं C2V, ठीक है। C2V करने के लिए सब तो पहली चीज़ 4 ये सिमेट्री एलीमेंट्स ने, ठीक है। सब तो पहला जो आप रूल है वो देखना, वो की कहना सीगा रूल भी जे सेम क्लास दे विच ने कोई दो एलीमेंट, ठीक है, तो उन्होंने आप इकट्ठे लिख सकते हैं अलग अलग लिखण की थां ते, ठीक है। तो उन्होंने क्योंकि उन्होंने करैक्टर्स जोड़े ने सेम होणगे, बार बार नहीं लिखने पैणगे आपां नूं। 4 एलीमेंट ने, चारे जोड़े ने अलग अलग क्लासां च ने, तो कितनी क्लासां हो गई दे विच 4, ठीक है, क्योंकि सारे अलग अलग क्लासां च ने, तो पहला रूल आप यूज़ नहीं कर सकते, ठीक है। दूसरा रूल की है, जिवें एज देयर एज 4 क्लासेस। दूसरा रूल की कहना सीगा अपने कोले, जो रूल दूसरा लगाने आपां, वो की कहना सीगा दूसरा रूल जिहड़ा है, जिन्नियां क्लासेस होणगियां उन्नियां ही इररिड्यूसिबल रिप्रजेंटेशनस होणगियां, ठीक है। इत्थे की है, हुण 4 क्लासेस ने, पहली क्लास दे विच E है, दूसरी C2 है, तीसरी सिग्मा भी, चौथी सिग्मा भी डैश, ठीक है। 4 क्लासेस ने तो 4 ही इररिड्यूसिबल रिप्रजेंटेशनस होणगियां। हुण जदों आपां इहनूं टैबुलर फॉर्म दे विच लिखणागा, उत्थे आपां की लिखांगे, C2V लिख लो, इदां 2 लाइनां लगा लो, ठीक है। इस साइड में आपां लिखने आगे सिमेट्री एलीमेंट्स, इस साइड में लिखनी आपां रिड्यूसिबल इररिड्यूसिबल रिप्रजेंटेशनस, ठीक है। तो हुण जिहड़ियां इररिड्यूसिबल रिप्रजेंटेशनस ने उन्हां नूं आपां लिख दांगे टॉप 1 टॉप 2 टॉप 3 ते टॉप 4, ठीक है। तो E C2 सिग्मा भी डैश, ये चारे आ जाणगे। हुण इस तो बाद आ चीज़ां आपां पता करनियां ने सारियां, ये की ने करैक्टर्स ऑफ इररिड्यूसिबल रिप्रजेंटेशनस, मतलब ये इस इररिड्यूसिबल रिप्रजेंटेशन दे विच E दा की करैक्टर है, C2 दा की है, सिग्मा भी दा की है, सिग्मा भी डैश दा की है, ठीक है। सारियां चीज़ां आपां पता करनियां ने। हुण मैं एक गल होर कही सी, डायमेंशन, तीसरा रूल, चौथा रूल जो पढ़िया सी ना, तो उत्थे आई सी एक गल डायमेंशन की होंदी है भी किन्ने बाय किन्ने दा मैट्रिक्स है। तो जिहड़ा पहले एलीमेंट्स ने सारे E दे थल्ले जिहड़ा भी उहदा करैक्टर होऊगा ना टेबल दे विच, पहली रो जिहड़ी होऊगी E दे नीचे वाली, वो सारियां की होणगियां डायमेंशनां, ठीक है। मतलब आह इहदी डायमेंशन की है L1, इहदी डायमेंशन की है L2, इहदी डायमेंशन की है L3, इहदी डायमेंशन की है L4, ठीक है। हुण आपां अगे करदे हां प्रोसीड। आ सारे सिंपल इहदे करैक्टर्स होणगे बाकियां दे मतलब E का जिहड़ा करैक्टर होगा वो की दसूगा डायमेंशनैलिटी भी किन्ने डायमेंशन की जिहड़ी इररिड्यूसिबल रिप्रजेंटेशन है जिहड़ी अपने कोले हैगी है, 1 डायमेंशनल है या 2 डायमेंशनल है, मतलब 1/1 का मैट्रिक्स है या 2/2 का मैट्रिक्स है। हम आप अगे करते हैं, सारिया चीज़ां आप टैबुलर फॉर्म के इदां लिख लिया, ठीक है। हुण अलग अलग वेरीएबल्स दे लिया आप, L1 L2 दे लिया आप E नूं, डायमेंशनस हो गई जिहड़ियां कि C दे विच आप XI देते, X1 X2 X3 X4, I मतलब इन जर्नल लिखता, ठीक है मैं 1 2 3 4। इस तरह ही Y 1 2 3 4 हो गए सिग्मा V दे विच, Z 1 2 3 4 किहदे हो गए सिग्मा V डैश दे विच, ठीक है। हुण आपां सब तो पहला जिहड़ा है रूल 4 यूज़ करांगे। रूल 4 की कहना अपने कोले, द सम ऑफ स्क्वेयर्स ऑफ डायमेंशनस ऑफ इररिड्यूसिबल रिप्रजेंटेशनस ऑफ अ ग्रुप इज इक्वल टू ऑर्डर ऑफ द ग्रुप, ठीक है। तो हुण इत्थे जिहड़ियां डायमेंशनां ने, डायमेंशनां की ने इररिड्यूसिबल रिप्रजेंटेशनां सारियां लैणियां, पहलां ना उन्हां दी कल्ली कल्ली दी डायमेंशन लैनी है, डायमेंशन का स्क्वेयर करना, स्क्वेयर करने तो बाद सारियां ऐड कर देनियां ने, तो वो किहदे इक्वल होगा ऑर्डर ते, ठीक है। हुण इहदी डायमेंशन की है L1, इहदी L2, इहदी L3, इहदी L4। तो L1 का स्क्वेयर, L2 का स्क्वेयर, L3 का स्क्वेयर, L4 का स्क्वेयर, चारां नूं ऐड करता, दैट इज़ इक्वल टू 4, ठीक है। हुण जिहड़ी एक गल दा ध्यान रखियो, जिहड़ियां डायमेंशनां होणगियां हमेशा ही पॉजिटिव होणगियां, ठीक है। डायमेंशन हमेशा पॉजिटिव होगी, क्योंकि मैट्रिक्स है जिहड़ा वो या तो 1/1 का होगा,
ठीक है, ਜਾਂ 2/2 ਦਾ ਹੋਊਗਾ ਜਾਂ 3/3 ਦਾ ਹੋਊਗਾ ਤਾਂ ਕਦੇ ਵੀ ਡਾਇਮੈਂਸ਼ਨ 0 ਨਹੀਂ ਹੋਊਗੀ ਅਤੇ ਕਦੇ ਵੀ ਡਾਇਮੈਂਸ਼ਨ ਜਿਹੜੀ ਹੈ ਉਹ ਨੈਗੇਟਿਵ ਨਹੀਂ ਹੋਊਗੀ। ਨੈਗੇਟਿਵ ਦਾ ਮਤਲਬ ਕੀ ਹੈ, -1 × -1 ਦਾ ਆਰਡਰ ਜਦੋਂ ਕਿ ਮੈਟ੍ਰਿਕਸ ਦਾ -1 × -1 ਹੋ ਨਹੀਂ ਸਕਦਾ। ਠੀਕ ਹੈ, ਮੈਟ੍ਰਿਕਸ ਜਾਂ 1/1 ਦਾ ਹੋਊਗਾ। 1/1 ਦਾ ਮਤਲਬ ਛੋਟੇ ਤੋਂ ਛੋਟਾ ਮੈਟ੍ਰਿਕਸ ਬਣਦਾ ਤਾਂ ਆਰਡਰ ਜਿਹੜਾ ਹੈ ਜਾਂ ਡਾਇਮੈਂਸ਼ਨ ਜਿਹੜੀ ਹੈ ਉਹ ਛੋਟੀ ਤੋਂ ਛੋਟੀ ਕਿੰਨੀ ਬਣੂਗੀ 1। ਠੀਕ ਹੈ, ਤਾਂ ਐਲ ਜਿਹੜੀ ਹੈ ਉਹ ਕਦੇ ਵੀ 0 ਨਹੀਂ ਹੋ ਸਕਦੀ ਅਤੇ ਨੈਗੇਟਿਵ ਨਹੀਂ ਹੋ ਸਕਦੀ, ਪੋਜ਼ੀਟਿਵ ਰਹੂਗੀ। ਠੀਕ ਹੈ, ਤਾਂ ਆਹ ਸਾਰੇ ਹੁਣ ਪੋਜ਼ੀਟਿਵ ਨੇ। ਇਹਨਾਂ ਚਾਰਾਂ ਦਾ ਸਮ ਕਿੰਨਾ ਹੈ 4। ਤਾਂ ਇਹ ਕਦੋਂ ਪੋਸੀਬਲ ਹੈ, ਜਦੋਂ ਚਾਰੇ ਇਹ ਬਰਾਬਰ ਹੋਣਗੇ ਆਦੇ 1 ਦੇ, ਮਤਲਬ ਆ ਵੀ 1 ਦਾ ਸਕੁਅਰ 1 ਦਾ ਸਕੁਅਰ 1 ਦਾ ਸਕੁਅਰ 1 ਦਾ ਸਕੁਅਰ। ਠੀਕ ਹੈ, ਉਸੇ ਟਾਈਮ ਹੀ ਇਹ 4 ਬਣੂਗਾ, ਹੋਰ ਕਿਸੇ ਕੇਸ ਦੇ ਵਿੱਚ ਇਹ 4 ਨਹੀਂ ਬਣਦਾ। ਠੀਕ ਹੈ, ਛੋਟੀ ਤੋਂ ਛੋਟੀ ਵੈਲਿਊ ਕਿੰਨੀ ਹੁੰਦੀ ਆ 1, ਤਾਂ 1 ਦਾ ਸਕੁਅਰ 4 ਵਾਰ ਕਰਕੇ ਜਦੋਂ ਐਡ ਕੀਤਾ ਤਾਂ ਕਿੰਨਾ ਬਣ ਗਿਆ 4। ਤਾਂ ਸਾਰੀਆਂ ਜਿਹੜੀਆਂ L1 L2 L3 L4 ਨੇ ਉਹਨਾਂ ਦੀ ਵੈਲਿਊ ਕੀ ਆ ਗਈ 1। ਠੀਕ ਹੈ, ਤਾਂ 1 1 1 1 ਇੱਥੇ ਆਪਾਂ ਵੈਲਿਊ ਸਪੁੱਟ ਕਰ ਲਈਆਂ। ਹੁਣ ਆਪਾਂ ਅੱਗੇ ਚੱਲਦੇ ਹਾਂ। ਆਹ ਵੈਲਿਊ ਸਪੁੱਟ ਕਰਨ ਤੋਂ ਬਾਅਦ ਆਪਣਾ ਟੇਬਲ ਇੱਦਾਂ ਬਣ ਗਿਆ। ਠੀਕ ਹੈ, ਨੈਕਸਟ ਹੈ ਆਪਣੇ ਕੋਲ ਹੁਣ ਆਪਾਂ ਜਿਹੜਾ ਹੈ ਆਪਾਂ ਯੂਜ਼ ਕਰਾਂਗੇ ਰੂਲ 3, ਥਰਡ ਰੂਲ ਯੂਜ਼ ਕਰਾਂਗੇ। ਠੀਕ ਹੈ, ਥਰਡ ਰੂਲ ਕੀ ਸੀਗਾ, the sum of squares of characters of any irreducible representation equals to h, that is order of a group। ठीक है, तो ਜਿਹੜੀਆਂ ਵੀ irreducible representations ਨੇ, ਹੁਣ ਆਪਣੇ ਕੋਲ ਆਹ ਕਰੈਕਟਰ ਟੇਬਲ ਬਣ ਗਿਆ, irreducible representations ਇੱਦਾਂ ਬਣ ਗਈਆਂ ਸੀ। ਠੀਕ ਹੈ, L1 L2 L3 L4 ਕੱਢਣ ਤੋਂ ਬਾਅਦ ਹੁਣ ਆਪਾਂ ਸਭ ਤੋਂ ਪਹਿਲਾਂ ਜਿਹੜੀ ਪਹਿਲੀ irreducible representation ਹੈ ਉਹ ਲੈਣੀ ਹੈ। ਇਹਦੇ ਸਾਰੇ ਕਰੈਕਟਰਸ ਨੇ ਜਿਹੜੇ ਸਾਰਿਆਂ ਦਾ ਜਿਹੜਾ ਸਕੁਅਰ ਕਰਕੇ ਸਮ ਕਰਾਂਗੇ ਜਦੋਂ ਤਾਂ ਦੈਟ ਇਜ਼ ਇਕੁਅਲ ਟੂ ਕੀ ਹੋਊਗਾ ਆਰਡਰ। ਠੀਕ ਹੈ, ਤਾਂ 1 ਦਾ ਸਕੁਅਰ x1 ਦਾ ਸਕੁਅਰ y1 ਦਾ ਸਕੁਅਰ z1 ਦਾ ਸਕੁਅਰ ਇਜ਼ ਇਕੁਅਲ ਟੂ 4। ਠੀਕ ਹੈ, ਹੁਣ ਜਦੋਂ ਇਹਨੂੰ ਉੱਧਰ ਲੈ ਕੇ ਗਏ ਤਾਂ ਕੀ ਬਣ ਗਿਆ x1 ਦਾ ਸਕੁਅਰ y1 ਦਾ ਸਕੁਅਰ z1 ਦਾ ਸਕੁਅਰ ਇਜ਼ ਇਕੁਅਲ ਟੂ 3। ਹੁਣ ਅੱਗੇ ਫਿਰ ਇਹ ਉੱਥੇ ਫਿਰ ਗੱਲ ਆ ਗਈ ਵੀ ਜੇ ਜਾਂ ਤਾਂ ਇਹ +1 ਹੋਣਗੇ ਜਾਂ -1 ਹੋਣਗੇ। ਠੀਕ ਹੈ, ਆਪਾਂ ਇਸ ਕੇਸ ਦੇ ਵਿੱਚ ਸਾਰੇ +1 ਲੈ ਲੈਂਦੇ ਹਾਂ। ਜਦੋਂ +1 ਲਵਾਂਗੇ ਤਾਂ x1 y1 z1 ਦੈਟ ਇਜ਼ ਇਕੁਅਲ ਟੂ ਸਾਰੇ 1 ਲੈ ਲਏ ਤਾਂ ਇੱਥੇ 1 ਦਾ ਸਕੁਅਰ 1 ਦਾ ਸਕੁਅਰ 1 ਦਾ ਸਕੁਅਰ 1 ਦਾ ਸਕੁਅਰ ਦੈਟ ਇਜ਼ ਇਕੁਅਲ ਟੂ 4। ਤਾਂ ਉਹ ਫਿਰ 4 ਹੋ ਗਿਆ। ਠੀਕ ਹੈ, ਤਾਂ x1 y1 z1 ਇਹਨਾਂ ਦੀ ਵੈਲਿਊ ਕੀ ਆ ਗਈ 1 1 1, ਉਹ ਆਪਾਂ ਵੈਲਿਊ ਇੱਥੇ ਪੁੱਟ ਕਰਤੀ। ਠੀਕ ਹੈ, ਇੱਥੇ ਤੱਕ ਕਲੀਅਰ। ਉਸ ਤੋਂ ਬਾਅਦ ਇਹ ਅੱਛਾ ਇੱਕ ਗੱਲ ਹੋਰ, ਇੱਥੇ ਹਿੱਟ ਐਂਡ ਟਰਾਇਲ ਮੈਥਡ ਲੱਗੂਗਾ। ਠੀਕ ਹੈ, ਜਦੋਂ ਨੰਬਰ ਆਫ ਇਕੁਏਸ਼ਨਸ ਤੋਂ ਵੱਧ ਜਾਂਦੇ ਹੁੰਦੇ ਨੇ, ਮਤਲਬ ਆਪਣੇ ਕੋਲ ਇਕੁਏਸ਼ਨ ਕਿੰਨੀ ਸੀ 1, ਵੇਰੀਏਬਲ ਕਿੰਨੇ ਸੀ 3, x1 y1 z1 3 ਵੇਰੀਏਬਲ ਨੇ, ਇੱਕੋ ਹੀ ਇਕੁਏਸ਼ਨ ਹੈ। ਜਦੋਂ ਨੰਬਰ ਆਫ ਇਕੁਏਸ਼ਨਾਂ ਤੋਂ ਵੱਧ ਜਾਂਦੇ ਨੇ, ਠੀਕ ਹੈ, ਉਸ ਟਾਈਮ 'ਤੇ ਜਿਹੜਾ ਹੈ ਆਪਣੇ ਕੋਲ ਹਿੱਟ ਐਂਡ ਟਰਾਇਲ ਮੈਥਡ ਲੱਗਦਾ। ਮਤਲਬ ਪੁੱਟ ਕਰਕੇ ਦੇਖਦੇ ਹਾਂ ਵੀ ਆਹ ਜੇ ਪੁੱਟ ਕਰੀਏ ਦੀ ਵੈਲਿਊ ਆ ਜੂਗੀ, ਆਹ ਜੇ ਪੁੱਟ ਕਰੀਏ ਦੀ ਵੈਲਿਊ ਆ ਜੂਗੀ। ਇਹਦਾ ਕੋਈ ਪ੍ਰੋਪਰ ਜਿਹੜਾ ਹੈ ਮੈਥਡ ਨਹੀਂ ਹੁੰਦਾ। ਠੀਕ ਹੈ, ਤਾਂ ਆਪਾਂ ਇੱਥੇ ਹਿੱਟ ਐਂਡ ਟਰਾਇਲ ਮੈਥਡ ਲਾਇਆ, ਸਾਰਿਆਂ ਦੀ ਵੈਲਿਊ 1 1 ਪੁੱਟ ਕਰਕੇ ਦੇਖ ਲਈ, ਉਹ ਸਹੀ ਆ ਗਿਆ ਤਾਂ ਆਪਣਾ ਆਨਸਰ 1 1 1 ਆ ਗਿਆ। ਠੀਕ ਹੈ, ਉਸ ਤੋਂ ਬਾਅਦ ਹੁਣ ਜਦੋਂ ਇਹੀ ਚੀਜ਼ ਆਪਾਂ ਦੁਬਾਰੇ ਦੇਖੀਏ, ਠੀਕ ਹੈ, ਤਾਂ ਇੱਥੇ ਕੀ ਹੋਊਗਾ, ਸਾਰੀਆਂ ਇਰਰੀਡਿਊਸੀਬਲ ਰਿਪਰੈਜ਼ੈਂਟੇਸ਼ਨਾਂ ਨੇ ਜਿਹੜੀਆਂ ਆ ਲਾਈਨ ਮੈਂ ਲਿਖੀ ਹੋਈ ਹੈ। ਠੀਕ ਹੈ, ਸਾਰੀਆਂ ਦੇ ਵਿੱਚ ਜਦੋਂ ਆਪਾਂ ਸਕੁਅਰ ਕਰਕੇ ਨਾ ਇਹਨਾਂ ਦਾ ਜੋੜਾਂਗੇ, ਸਾਰੀਆਂ ਦੇ ਵਿੱਚ 4 4 ਹੀ ਆਊਗਾ। ਮਤਲਬ 4 ਕੀ ਹੈ ਇਹਦਾ ਆਰਡਰ। ਠੀਕ ਹੈ, ਜਦੋਂ 4 4 ਆਊਗਾ ਤਾਂ ਇਹਦਾ ਮਤਲਬ ਕੀ ਹੈ ਵੀ 4 4 ਜਾਂ ਤਾਂ ਹੁਣ ਇੱਥੇ ਕੀ ਹੋਊਗਾ 1 + 1 + 1 + 1। ਠੀਕ ਹੈ, ਸਾਰਿਆਂ ਦੇ ਵਿੱਚ 1 + 1 + 1 + 1। ਹੁਣ ਇੱਥੇ ਆਪਾਂ ਕਰਨਾ ਸਕੁਅਰ। ਹੁਣ ਸਕੁਅਰ ਦੇ ਵਿੱਚ ਮਾਈਨਸ ਪਲੱਸ ਹੋ ਜਾਂਦਾ ਹੁੰਦਾ। ਠੀਕ ਹੈ, ਤਾਂ ਜਾਂ ਤਾਂ ਮਤਲਬ ਕਰੈਕਟਰ ਨੇ ਜਿਹੜੇ ਉਹ ਜਾਂ ਤਾਂ ਸਾਰੇ 1 ਹੋਣਗੇ ਜਾਂ ਸਾਰੇ -1 ਹੋਣਗੇ, ਕਿਉਂਕਿ ਇਹਨਾਂ ਦੋਨਾਂ ਚੀਜ਼ਾਂ ਦਾ ਆਹੀ ਸਕੁਅਰ ਆਪਣੇ ਕੋਲ 1 ਬਣਦਾ। ਠੀਕ ਹੈ, ਕਰੈਕਟਰ ਸਾਰੇ ਜਾਂ 1 ਹੋਣਗੇ ਜਾਂ ਕੀ ਹੋਣਗੇ -1। ਆਹ ਚੀਜ਼ ਆਪਾਂ ਲਿਖਤੀ ਇੱਥੇ। ਤਾਂ ਹਰੇਕ ਕਰੈਕਟਰ ਹੈ ਜਿਹੜਾ ਉਹ ਜਾਂ ਤਾਂ +1 ਹੋਊਗਾ ਜਾਂ -1 ਹੋਊਗਾ। ਹੁਣ ਆਪਾਂ ਅੱਗੇ ਰੂਲ ਲਾਉਣੇ ਆ ਪੰਜਵਾਂ ਰੂਲ ਕੀ ਕਹਿੰਦਾ ਸੀ, ਆਰਥੋਗਨੈਲਿਟੀ। ਦੋ ਜਿਹੜੀਆਂ ਅਲੱਗ-ਅਲੱਗ ਇਰਰੀਡਿਊਸੀਬਲ ਰਿਪਰੈਜ਼ੈਂਟੇਸ਼ਨਸ ਨੇ ਆਪਣੇ ਕੋਲ, ਉਹ ਕੀ ਹੋਣਗੀਆਂ ਆਰਥੋਗਨਲ। ਤਾਂ ਇਹਦੇ ਵਾਸਤੇ ਆਪਾਂ ਪਹਿਲਾਂ ਕੀ ਲਵਾਂਗੇ, ਪਹਿਲੀ ਤੇ ਦੂਸਰੀ ਜਦੋਂ ਆਪਾਂ ਲੈਂਦੇ ਹਾਂ ਇੱਥੇ। ਠੀਕ ਹੈ, ਟਾਪ 1 ਤੇ ਟਾਪ 2, ਤਾਂ ਇੱਥੇ ਕੀ ਆ ਗਿਆ ਆਪਣੇ ਕੋਲ, ਇਹਦਾ ਪਹਿਲਾਂ ਇਹਦੇ ਦੇਖੋ ਕਿੰਨੀਆਂ ਨੇ 1 ਹੀ ਹੈ। ਠੀਕ ਹੈ, ਇਹ ਸਾਰੇ 1 1 ਨੇ, ਤਾਂ ਇੱਥੇ ਆਪਾਂ ਕੁਛ ਵੀ ਨਹੀਂ ਲਵਾਂਗੇ। 1 × 1 ਸਮਥਿੰਗ ਉਹੀ ਰਹਿ ਜਾਂਦਾ ਹੁੰਦਾ, ਤਾਂ 1 × 1। ਠੀਕ ਹੈ, ਤਾਂ ਆ ਗਿਆ ਆਪਣੇ ਕੋਲ 1 × 1। ਠੀਕ ਹੈ, ਫਿਰ ਆ ਗਿਆ +1 × x2। ਠੀਕ ਹੈ, ਫਿਰ ਆ ਗਿਆ 1 × y2, ਫਿਰ ਆ ਗਿਆ 1 × z2 ਇਜ਼ ਇਕੁਅਲ ਟੂ 0। ਆਰਥੋਗਨੈਲਿਟੀ ਥਿਊਰਮ ਇਹੀ ਕਹਿੰਦੀ ਸੀ ਨਾ ਆਪਣੇ ਕੋਲ ਹਾਂਜੀ, ਵੀ ਜਿਹੜੇ ਕੋਈ ਵੀ ਦੋ ਇਰਰੀਡਿਊਸੀਬਲ ਰਿਪਰੈਜ਼ੈਂਟੇਸ਼ਨਾਂ ਨੇ ਉਹਨਾਂ ਦਾ ਜਦੋਂ ਆਪਾਂ ਗੁਣਾ ਕਰਕੇ ਐਡ ਕਰਾਂਗੇ ਸਾਰੇ ਕਰੈਕਟਰਸ ਨੂੰ ਤਾਂ 0 ਆ ਜਾਊਗਾ। ਠੀਕ ਹੈ, ਜਦੋਂ i ≠ j ਹੈ। ਹੁਣ ਇੱਥੇ ਆਪਾਂ ਕੀ ਲਿਆ, ਟਾਪ 1 ਲਿਆ, ਇੱਥੇ ਕੀ ਲਿਆ ਟਾਪ 2 ਲਿਆ। ਠੀਕ ਹੈ, ਤਾਂ ਜਦੋਂ ਦੋਨੇ ਬਰਾਬਰ ਨਹੀਂ ਹੈਗੇ ਤਾਂ ਇਹਨਾਂ ਦੀ ਗੁਣਾ ਕੀ ਹੋਊਗੀ 0। ਠੀਕ ਹੈ, ਆਹ ਚੀਜ਼ ਬਣ ਗਈ। ਹੁਣ ਇਹਨੂੰ ਸਿੰਪਲੀਫਾਈ ਕਰਕੇ ਲਿਖਿਆ ਤਾਂ ਆ ਗਿਆ। ਉਸ ਤੋਂ ਬਾਅਦ ਪਹਿਲੀ ਅਤੇ ਤੀਸਰੀ ਲੈਂਦੇ ਹਾਂ, ਤਾਂ ਇਹ ਕੀ ਬਣ ਗਿਆ 1
1 इंटू x3 1 इंटू y3 1 इंटू z3, ठीक है। 1 इंटू x3 y3 z3 इज इक्वल टू 0, ठीक है। इस तरह ही आ बन गया, इस तरह ही टॉप 1 ते टॉप 4 बन गया, आ बन गया। हुण अपने को 3 इक्वेशनां बन गई, 3 इक्वेशनां ने अपने को 9 वेरीएबल ने। फिर हिट एंड ट्रायल मैथड लावांगे। हुण आपां नूं पता भी या तां इहदी वैल्यू +1 होगी या -1 होगी। आपां की करांगे, 3 वेरीएबल ने, क्योंकि आपां सम 0 बनाउणा तां एक प्लस दा 1 अपने कोले पिया ही आ, ठीक है। तां आपां की करांगे, इन्हां 3 दे विचों कोई 2 माइनस ते लै लांगे, एक प्लस दा लै लांगे। प्लस दा एक पिया ही है, ठीक है। बनाउणा आपां 0 है तो 2 प्लस दे होणगे, 2 माइनस दे होणगे। एक प्लस दा पहलां पिया, इन्हां तिन्नां चों वारी वारी एक प्लस दा लै लांगे। पहलां आपां इहनूं प्लस दा लै लैंदे आ, उस तो बाद इहनूं प्लस दा लै लांगे, उस तो बाद इहनूं प्लस दा लै लांगे, ठीक है। तो तिन्नां चों किसी नूं भी प्लस दा लै लो, किसी नूं भी, बाकी 2 ਜਿਹੜੇ ने ਉਹ माइनस ते रह जाणगे। तो अपने कोल की आ गया, पहलां आपां x2 नूं प्लस दा लै लिया, फिर y3 नूं प्लस दा लै लिया, फिर z4 नूं प्लस दा 1 लै लिया। बाकी दोनों ने ਜਿਹੜੇ ਉਹ की हो गए माइनस माइनस हो गए, ठीक है। तो अपने कोल ਜਿਹੜਾ सारियां ने सारियां इरिड्यूसिबल रिप्रजेंटेशनस ने, कि बन गए 1 1 1 1 1 1 -1 -1 1 1 -1 1 -1 1 -1 -1 1, ठीक है। तो अपना C2V का जोड़ा इरिड्यूसिबल रिप्रजेंटेशनस ने सारियां वो आ बन गई, आप जड़ियाँ है ने ड्राइव कर, ठीक है। उस तो बाद नैक्सट है अपने कोले C3V, ठीक है। ਹੁਣ ਆਪਾਂ C3V ਦਾ ਸੇਮ ਕੇਸ ਹੈ ਜਿਹੜਾ C3V ਦਾ ਲੈਣਾ। C3V ਦੀ ਆਪਾਂ ਇਰੀਡਿਊਸੀਬਲ ਰਿਪਰੈਜ਼ੈਂਟੇਸ਼ਨਸ ਨੇ ਜਿਹੜੀਆਂ ਉਹ ਡਰਾਈਵ ਕਰਨੀਆਂ ਨੇ। ਉਹਦੇ ਵਾਸਤੇ ਸਭ ਤੋਂ ਪਹਿਲਾਂ ਜਿਹੜਾ ਦੇਖਾਂਗੇ ਆਪਾਂ ਕਿੰਨੇ ਇਹਦੇ ਵਿੱਚ ਸਿਮੈਟਰੀ ਐਲੀਮੈਂਟਸ ਨੇ। ਸਿਮੈਟਰੀ ਐਲੀਮੈਂਟਸ ਇਹਦੇ ਵਿੱਚ ਕਿੰਨੇ ਨੇ? 6। E C31 C32 ਸਿਗਮਾ ਵੀ ਡੈਸ਼ ਸਿਗਮਾ ਵੀ ਡਬਲ ਡੈਸ਼। ਹੁਣ ਇਹਦੇ ਵਿੱਚੋਂ E ਜਿਹੜਾ ਹੈ ਉਹ ਅਲੱਗ ਕਲਾਸ ਦੇ ਵਿੱਚ ਹੈ, C31 ਤੇ C32 ਦੋਨੇ ਸੇਮ ਕਲਾਸ ਦੇ ਵਿੱਚ ਨੇ, ਤਾਂ ਦੋਨਾਂ ਦੇ ਕਰੈਕਟਰ ਵੀ ਸੇਮ ਹੋਣਗੇ, ਠੀਕ ਹੈ। ਸਿਗਮਾ ਵੀ ਡੈਸ਼ ਸਿਗਮਾ ਵੀ ਡਬਲ ਡੈਸ਼, ਇਹ ਤਿੰਨੇ ਸੇਮ ਕਲਾਸ ਦੇ ਵਿੱਚ ਨੇ ਤਾਂ ਤਿੰਨਾਂ ਦੇ ਕਰੈਕਟਰ ਵੀ ਸੇਮ ਹੋਣਗੇ। ਆਪਾਂ ਇਹਨਾਂ ਨੂੰ ਗਰੁੱਪਿੰਗ ਦੇ ਵਿੱਚ ਮਤਲਬ ਕਲਾਸ ਵਾਈਜ਼ ਲਿਖ ਲਾਂਗੇ। ਤਾਂ 3 ਕਲਾਸਾਂ ਰਹਿ ਗਈਆਂ ਆਪਣੇ ਕੋਲੇ, E 2C3 3 ਸਿਗਮਾ ਵੀ, ਠੀਕ ਹੈ। ਤਾਂ ਜਿਹੜਾ ਪਹਿਲਾ ਰੂਲ ਸੀਗਾ ਨਾ ਆਪਣੇ ਕੋਲੇ ਵੀ ਜਿਹੜੇ ਕੀ ਕਹਿੰਦਾ ਸੀ ਪਹਿਲਾ ਰੂਲ, ਇਨ ਅ ਗਿਵਨ ਰਿਪਰੈਜ਼ੈਂਟੇਸ਼ਨ ਕਰੈਕਟਰਸ ਆਫ ਆਲ ਮੈਟ੍ਰਿਕਸ ਬਿਲੋਂਗਿੰਗ ਟੂ ਦਾ ਆਪਰੇਸ਼ਨਸ ਇਨ ਸੇਮ ਕਲਾਸ ਆਰ ਆਈਡੈਂਟੀਕਲ, ਠੀਕ ਹੈ। ਕਿਉਂਕਿ ਦੋਨੇ C3 ਨੇ ਜਿਹੜੀਆਂ, ਦੋਨਾਂ ਦਾ ਕਰੈਕਟਰ ਸੇਮ ਹੋਊਗਾ ਤਾਂ ਵਾਰ-ਵਾਰ ਲਿਖਣ ਦੀ ਥਾਂ 'ਤੇ ਇਹਨਾਂ ਨੂੰ ਆਪਾਂ ਇਕੱਠੀਆਂ ਹੀ ਲਿਖ ਲਿਆ 2C3। ਇਸੇ ਤਰ੍ਹਾਂ ਤਿੰਨਾਂ ਦੇ ਕਰੈਕਟਰ ਸੇਮ ਨੇ, ਅਲੱਗ-ਅਲੱਗ ਲਿਖਣ ਦੀ ਥਾਂ 'ਤੇ ਆਪਾਂ 3 ਸਿਗਮਾ ਵੀ ਲਿਖ ਲਿਆ, ਠੀਕ ਹੈ। ਪਰ ਜੇ ਆਪਾਂ ਅਲੱਗ-ਅਲੱਗ ਲਿਖਦੇ ਤਾਂ ਜਿਹੜਾ ਟੇਬਲ ਬਣਦਾ ਇਹਦੇ ਵਿੱਚ ਹੁਣ ਤਾਂ 3 ਕਾਲਮ ਬਣੇ ਆ, ਠੀਕ ਹੈ। ਫਿਰ ਇੱਥੇ 6 ਕਾਲਮ ਬਣਦੇ, ਆਪਣੇ ਹੀ ਕੰਮ ਵੱਧਦਾ ਸੀ ਤਾਂ ਆਪਾਂ ਪਹਿਲਾਂ ਹੀ ਕੰਮ ਘਟਾ ਲਿਆ, ਠੀਕ ਹੈ। ਤਾਂ ਇਹਦੇ ਵਿੱਚ ਆਪਾਂ ਕੀ ਕਰ ਲਿਆ, ਸਿਰਫ 3 ਜਿਹੜੀਆਂ ਹੈ ਆਪਣੇ ਕੋਲ ਕਲਾਸ ਵਾਈਜ਼ ਲਿਖ ਲਿਆ ਤਾਂ 3 ਹੀ ਕਲਾਸਾਂ ਬਣੀਆਂ ਤਾਂ 3 ਹੀ ਕਾਲਮ ਆ ਗਏ, ਠੀਕ ਹੈ ਆਪਣੇ ਕੋਲ। ਉਸ ਤੋਂ ਬਾਅਦ ਨੈਕਸਟ ਜਿਹੜਾ ਸੈਕਿੰਡ ਰੂਲ ਸੀ ਉਹ ਕੀ ਕਹਿੰਦਾ ਸੀਗਾ ਆਪਣੇ ਕੋਲ, ਸੈਕਿੰਡ ਰੂਲ ਕਹਿੰਦਾ ਸੀਗਾ ਵੀ ਜਿਹੜੀਆਂ ਆਪਣੀਆਂ ਜਿੰਨੀਆਂ ਕਲਾਸਿਸ ਨੇ ਉਨੀਆਂ ਹੀ ਇਰੀਡਿਊਸੀਬਲ ਰਿਪਰੈਜ਼ੈਂਟੇਸ਼ਨ ਹੋਣਗੀਆਂ, ਠੀਕ ਹੈ। ਕਿਉਂਕਿ ਇੱਥੇ 3 ਕਲਾਸਿਸ ਨੇ 1 2 3, 3 ਹੀ ਇਹਦੇ ਵਿੱਚ ਇਰੀਡਿਊਸੀਬਲ ਰਿਪਰੈਜ਼ੈਂਟੇਸ਼ਨ ਹੋਣਗੀਆਂ। ਉਸ ਤੋਂ ਬਾਅਦ ਸੇਮ ਆਪਾਂ ਵੇਰੀਏਬਲਸ ਯੂਜ਼ ਕਰਦੇ ਹਾਂ, L1 L2 3 ਆਪਾਂ ਕਰਦੇ ਹਾਂ ਡਾਇਮੈਂਸ਼ਨਸ ਵਾਸਤੇ, x1 ਤੇ x2 y1 y2 z1 z2 ਇਹ ਆਪਾਂ ਯੂਜ਼ ਕਰਦੇ ਹਾਂ, ਸੌਰੀ x1 x2 x3 y1 y2 y3 ਇਹ ਯੂਜ਼ ਕਰਦੇ ਹਾਂ ਆਪਾਂ 2C3 ਤੇ 3 ਸਿਗਮਾ ਵੀ ਵਾਸਤੇ, ਠੀਕ ਹੈ। ਉਸ ਤੋਂ ਬਾਅਦ ਹੁਣ ਆਪਾਂ ਕੀ ਕਰਾਂਗੇ, ਸਭ ਤੋਂ ਪਹਿਲਾਂ ਰੂਲ ਚੌਥਾ ਲਾਵਾਂਗੇ। ਰੂਲ ਚੌਥਾ ਕੀ ਕਹਿੰਦਾ ਸੀ, ਡਾਇਮੈਂਸ਼ਨਾਂ ਦਾ ਸਕੁਏਅਰ L1 ਸਕੁਏਅਰ L2 ਸਕੁਏਅਰ L3 ਸਕੁਏਅਰ ਇਜ਼ ਇਕੁਅਲ ਟੂ ਆਰਡਰ। ਹੁਣ ਆਰਡਰ ਕਿੰਨਾ ਹੋਊਗਾ ਇਹਦਾ, ਜਿੰਨੇ ਦੇ ਵਿੱਚ ਐਲੀਮੈਂਟ ਨੇ, ਐਲੀਮੈਂਟ ਕਿੰਨੇ ਆ 3 ਤੇ 2 5 ਤੇ 1 6, ਠੀਕ ਹੈ। ਤਾਂ L1 ਦਾ ਸਕੁਏਅਰ ਪਲੱਸ L2 ਦਾ ਸਕੁਏਅਰ ਪਲੱਸ L3 ਦਾ ਸਕੁਏਅਰ ਇਜ਼ ਇਕੁਅਲ ਟੂ 6, ਠੀਕ ਹੈ। ਤਾਂ 6 ਆ ਗਿਆ। ਹੁਣ ਇਹਨੂੰ ਜਦੋਂ ਆਪਾਂ ਸੋਲਵ ਕਰਾਂਗੇ ਨਾ, ਇੱਥੇ ਇੱਕੋ ਹੀ ਕੇਸ ਬਣੂਗਾ ਜਦੋਂ ਇਹ ਵੈਲਿਊ ਸਾਰਿਆਂ ਨੂੰ ਸਕੁਏਅਰ ਕਰਕੇ ਐਡ ਕਰਨ ਤੋਂ ਬਾਅਦ 6 ਬਣਦਾ। ਜੇ ਆਪਣੇ ਕੋਲ ਆ 1 ਹੋਵੇ, ਠੀਕ ਹੈ, ਤਾਂ ਆ ਕਿੰਨਾ ਰਹਿ ਗਿਆ 5, ਇਹਨਾਂ ਦੋਨਾਂ ਦਾ ਸਕੁਏਅਰ ਕੀ ਬਣਦਾ 5, ਠੀਕ ਹੈ। ਜੇ ਇਹਨੂੰ ਆਪਾਂ 1 ਲੈ ਲਈਏ ਤਾਂ ਕਿੰਨਾ ਬਣ ਗਿਆ ਇੱਥੇ 4, 4 ਕਿਹਦਾ ਸਕੁਏਅਰ ਹੁੰਦਾ 2 ਦਾ, ਤਾਂ 1 ਦਾ ਸਕੁਏਅਰ 1 ਦਾ ਸਕੁਏਅਰ 2 ਦਾ ਸਕੁਏਅਰ, ਠੀਕ ਹੈ। ਤਾਂ L1 ਇਜ਼ ਇਕੁਅਲ ਟੂ 1, L2 ਇਜ਼ ਇਕੁਅਲ ਟੂ 1, L3 ਇਜ਼ ਇਕੁਅਲ ਟੂ 2, ਠੀਕ ਹੈ। ਤਾਂ ਆ ਚੀਜ਼ ਬਣ ਗਈ 1 ਦਾ ਸਕੁਏਅਰ 1 ਦਾ ਸਕੁਏਅਰ 2 ਦਾ ਸਕੁਏਅਰ 1 + 1 + 4 ਕਿੰਨਾ ਬਣ ਗਿਆ 6, ਠੀਕ ਹੈ। ਤਾਂ ਇੱਕੋ ਹੀ ਵੈਲਿਊ, ਇੱਕੋ ਹੀ ਜਿਹੜਾ ਹੈ ਇਹਦੇ ਵਿੱਚ ਪੋਸੀਬਲ ਕੇਸ ਹੈ, ਕਿਉਂਕਿ ਨੈਗੇਟਿਵ ਹੋ ਨਹੀਂ ਸਕਦਾ, 0 ਨਹੀਂ ਹੋ ਸਕਦਾ। ਤਾਂ 1 1 ਤੇ 2 ਲੋਐਸਟ ਪੋਸੀਬਲ ਵੈਲਿਊਜ਼ ਦੇਖੀ ਦੀਆਂ ਹੁੰਦੀਆਂ ਨੇ, ਠੀਕ ਹੈ। ਚਾਹੇ ਤੁਸੀਂ ਇਹਨਾਂ ਦੋਨਾਂ ਨੂੰ 1 1 ਲੈ ਕੇ ਇਹਨੂੰ 2 ਮੰਨ ਲਓ, ਚਾਹੇ ਇਹਨਾਂ ਦੋਨਾਂ ਨੂੰ 1 1 ਲੈ ਕੇ ਇਹਨੂੰ 2 ਮੰਨ ਲਓ, ਤਾਂ ਜਿਹੜੀ ਵੱਡੀ ਹੋਊਗੀ ਉਹ ਆਪਾਂ ਓਬਵੀਅਸਲੀ ਮਤਲਬ ਆਟੋਮੈਟਿਕਲੀ ਉਹ ਨੀਚੇ ਨੂੰ ਹੀ ਜਾਊਗੀ। ਉੱਪਰ ਸਭ ਤੋਂ ਪਹਿਲਾਂ 1 1 ਆਉਣਗੀਆਂ, ਫਿਰ 2 ਆਊਗੀ, ਫਿਰ 3 ਆਊਗੀ, ਠੀਕ ਹੈ। ਇੱਦਾਂ ਚੱਲੂਗਾ ਇਹ,
ਤਾਂ ਆਪਾਂ ਜਿਹੜੇ ਲਾਸਟ ਵਨ ਹੈ ਉਹਨੂੰ ਹੀ ਆਪਾਂ 2 ਲੈ ਕੇ ਚੱਲਦੇ ਹਾਂ, ਠੀਕ ਹੈ। ਨੈਕਸਟ ਕੀ ਹੈ, ਆਪਾਂ ਉੱਥੇ ਰੂਲ 3 ਲਾਵਾਂਗੇ। ਰੂਲ 3 ਕੀ ਕਹਿੰਦਾ ਹੈਗਾ, ਜਿਹੜੀਆਂ ਸਾਰੀਆਂ ਇਰੀਡਿਊਸੀਬਲ, ਕਿਸੇ ਵੀ ਇਰੀਡਿਊਸੀਬਲ ਰਿਪਰੈਜ਼ੈਂਟੇਸ਼ਨ ਦੇ ਸਾਰੇ ਕਰੈਕਟਰਸ ਨੇ ਜਿਹੜੇ, ਉਹਨਾਂ ਦੇ ਸਕੁਏਅਰ ਕਰਕੇ ਜੇ ਸਮ ਕਰੀਏ ਤਾਂ ਕੀ ਹੋਊਗਾ, ਆਰਡਰ, ਮਤਲਬ 1 ਦਾ ਸਕੁਏਅਰ, x ਦਾ ਸਕੁਏਅਰ ਅਤੇ y ਦਾ ਸਕੁਏਅਰ, ਠੀਕ ਹੈ। ਹੁਣ ਇੱਥੇ ਇੱਕ ਗੱਲ ਧਿਆਨ ਰੱਖਣੀ ਹੈ ਵੀ C3 ਦਾ ਕਰੈਕਟਰ ਹੈ x1। ਜੇ ਆਪਣੇ ਕੋਲ 2 C3 ਨੇ ਫਿਰ ਆਪਾਂ 2 ਨਾਲ ਗੁਣਾ ਵੀ ਕਰਾਂਗੇ, ਠੀਕ ਹੈ। ਉੱਥੇ ਜਿਹੜਾ ਪਹਿਲਾਂ ਆਪਾਂ ਕੀਤਾ ਸੀਗਾ C2V ਦਾ, ਉੱਥੇ ਸਾਰੇ ਹੀ 1 1 1 1 ਸੀਗੇ, ਠੀਕ ਹੈ। ਤਾਂ ਆਪਾਂ ਇੱਥੇ 1 ਜਾਂ 2 ਕੁਛ ਵੀ ਨਹੀਂ ਸੀ ਲਾਇਆ, 1 1 ਲਾਇਆ ਨਹੀਂ ਸੀ, ਕਿਉਂਕਿ 1 1 ਦੇ ਨਾਲ ਆਪਣੇ ਕੋਲ ਕੀ ਆ, ਸੇਮ ਹੀ ਰਹਿ ਜਾਊਗਾ ਗੁਣਾ ਕਰਕੇ, ਠੀਕ ਹੈ। ਪਰ ਇੱਥੇ ਹੁਣ ਇੱਕ C3 ਦਾ ਕਰੈਕਟਰ x1 ਹੈ, ਤਾਂ 2 C3 ਦਾ ਕਰੈਕਟਰ ਕਿੰਨਾ ਹੋਊਗਾ, 2x1, ਠੀਕ ਹੈ। ਤਾਂ ਆਪਾਂ ਕੀ ਕਰਾਂਗੇ, ਇਹਦਾ ਸਕੁਏਅਰ ਕਰਾਂਗੇ, ਨਾਲ 2 ਨੂੰ ਗੁਣਾ ਕਰਾਂਗੇ, ਤਾਂ ਕੀ ਰਹਿ ਜਾਊਗਾ 2 x1 ਦਾ ਸਕੁਏਅਰ। ਇਸੇ ਤਰ੍ਹਾਂ ਹੀ 3 y1 ਦਾ ਸਕੁਏਅਰ, 3 y1 ਦਾ ਸਕੁਏਅਰ ਇਜ਼ ਇਕੁਅਲ ਟੂ 6, ਠੀਕ ਹੈ। ਪਹਿਲਾਂ ਇਹਨਾਂ ਦਾ ਸਕੁਏਅਰ ਕਰਨਾ, ਫਿਰ ਉਸ ਤੋਂ ਬਾਅਦ ਇਹਨਾਂ ਨੂੰ ਮਲਟੀਪਲਾਈ ਕਰਨਾ ਨਾਲ, ਠੀਕ ਹੈ। ਤਾਂ ਇੱਥੇ 1 ਹੀ ਆ ਤਾਂ 1 ਹੀ ਰਹਿ ਜਾਊਗਾ। ਤਾਂ ਇਹ ਕੀ ਬਣ ਗਿਆ ਆਪਣੇ ਕੋਲ, 1 + 2x1 ਸਕੁਏਅਰ + 3y1 ਸਕੁਏਅਰ ਇਜ਼ ਇਕੁਅਲ ਟੂ 6, ਠੀਕ ਹੈ। ਜਦੋਂ ਇਹਨੂੰ ਸੋਲਵ ਕੀਤਾ ਤਾਂ ਆਪਣੇ ਕੋਲ ਕੀ ਬਣ ਗਿਆ, 2x1 ਦਾ ਸਕੁਏਅਰ + 3y1 ਦਾ ਸਕੁਏਅਰ ਇਜ਼ ਇਕੁਅਲ ਟੂ 5। ਇਹਨੂੰ ਜਦੋਂ ਸੋਲਵ ਕਰਾਂਗੇ ਤਾਂ ਆ ਵੀ 1 ਹੋਊਗਾ, ਜਦੋਂ ਆ ਵੀ 1 ਹੋਊਗਾ ਤਾਂ 2 + 3 5 ਹੋ ਜਾਊਗਾ, ਠੀਕ ਹੈ। ਤਾਂ x1 ਵੀ 1 ਹੋ ਗਿਆ, y1 ਕੀ ਹੋ ਗਿਆ, 1 ਹੋ ਗਿਆ। ਤਾਂ ਇਹ ਵੈਲਿਊਜ਼ ਕੀ ਆ ਗਈਆਂ ਆਪਣੇ ਕੋਲ, 1 1 1, ਇੱਧਰ ਨੂੰ 1 1 2, ਠੀਕ ਹੈ। 4 ਵੇਰੀਏਬਲ ਰਹਿ ਗਏ ਹੁਣ ਆਪਣੇ ਕੋਲ। ਹੁਣ ਆਪਾਂ ਪਹਿਲਾਂ ਸੈਕਿੰਡ ਨੂੰ ਸੋਲਵ ਕਰਾਂਗੇ। ਸੈਕਿੰਡ ਨੂੰ ਸੋਲਵ ਕਿਵੇਂ ਕਰਾਂਗੇ, ਹਿੱਟ ਐਂਡ ਟਰਾਇਲ ਮੈਥਡ। ਪਹਿਲਾਂ ਟॉ1 ਅਤੇ ਟॉ2 ਲਵਾਂਗੇ, ਠੀਕ ਹੈ। ਤਾਂ ਉੱਥੇ ਜਦੋਂ ਪਹਿਲੀ ਆਪਣੇ ਕੋਲ ਇਕੁਏਸ਼ਨ ਕੀ ਬਣੀ, ਹੁਣ ਆਰਥੋਗਨੈਲਿਟੀ ਲਾਵਾਂਗੇ। 5ਵਾਂ ਰੂਲ ਸੀਗਾ ਜਿਹੜਾ ਆਰਥੋਗਨਲ, ਮਤਲਬ ਆ ਦੋਨੇ ਅਲੱਗ ਅਲੱਗ ਨਹੀਂ ਤਾਂ ਇਹਨਾਂ ਦੀ ਗੁਣਾ ਕੀ ਹੋਊਗੀ, 0। ਤਾਂ ਇਹਦਾ ਕੀ ਹੈ, 1 × 1 × 1 + 2 × 1 × x2 + 3 × 1 × y2। ਦੇਖੋ 1 × 1 × 1, 1 × 1 × 1 + 2 × 1 × x2, 3 × 1 × y2 ਇਜ਼ ਇਕੁਅਲ ਟੂ 0, ਠੀਕ ਹੈ। ਤਾਂ ਇਹਨੂੰ ਜਦੋਂ ਆਪਾਂ ਸੋਲਵ ਕੀਤਾ, 2 ਵੇਰੀਏਬਲ ਨੇ, ਇੱਕ ਇਕੁਏਸ਼ਨ ਹੈ, ਇੱਕ ਵੇਰੀਏਬਲ ਦੀ ਵੈਲਿਊ ਪੁੱਟ ਕਰ ਲਾਂਗੇ, ਦੂਸਰੇ ਦੀ ਆ ਜਾਓ, ਆਪਾਂ ਇਹਨੂੰ 1 ਮੰਨ ਲਿਆ, ਇਹਦੀ ਵੈਲਿਊ ਕਿੰਨੀ ਆ ਗਈ, -1, ਠੀਕ ਹੈ। ਤਾਂ ਆਪਣੇ ਕੋਲ ਆ 2 ਵੈਲਿਊਜ਼ ਆ ਗਈਆਂ, ਠੀਕ ਹੈ। ਹੁਣ ਜਿਹੜਾ ਇੱਥੇ ਅਗਲੀ ਜਿਹੜੀ ਕੇਸ ਹੈ, ਉੱਥੇ ਕੀ ਹੈ, ਇੱਕ ਆਪਣੇ ਕੋਲ ਇਰਰੀਡਿਊਸੀਬਲ ਰਿਪਰੈਜ਼ੈਂਟੇਸ਼ਨ ਰਹਿ ਗਈ, ਉਹਦੇ ਵਿੱਚ 2 ਵੇਰੀਏਬਲ ਨੇ, ਠੀਕ ਹੈ। ਅਤੇ 2 ਆਪਣੇ ਕੋਲ ਪਈਆਂ ਨੇ, ਤਾਂ ਆਪਾਂ ਦੋਨਾਂ ਨਾਲ ਅਲੱਗ ਅਲੱਗ ਇਕੁਏਸ਼ਨਾਂ ਬਣਾ ਲਾਂਗੇ। 2 ਇਕੁਏਸ਼ਨਾਂ 2 ਵੇਰੀਏਬਲ, ਉਹਨੂੰ ਸੋਲਵ ਕਰਕੇ ਆਪਾਂ ਕੱਢ ਲਾਂਗੇ, ਠੀਕ ਹੈ। ਤਾਂ ਹੁਣ ਇੱਥੇ ਕੀ ਹੈ, ਪਹਿਲਾਂ ਆਪਾਂ ਕੀ ਲਵਾਂਗੇ, ਪਹਿਲਾਂ ਪਹਿਲੀ ਅਤੇ ਤੀਸਰੀ ਲਵਾਂਗੇ, ਠੀਕ ਹੈ। ਟॉ1 ਅਤੇ ਟॉ3, ਇੱਥੇ ਕੀ ਆ ਜਾਊਗਾ, 1 × 1 × 2, ਠੀਕ ਹੈ। 1 × 1 × 2, ਅੱਗੇ 2 × 1 × x3, 2 × 1 × x3, ਅੱਗੇ 3 × 1 × y3 ਇਜ਼ ਇਕੁਅਲ ਟੂ 0। ਅੱਗੇ ਕੀ ਹੈ, ਪਹਿਲੀ ਦੂਸਰੀ ਅਤੇ ਤੀਸਰੀ, ਆਹ ਵਾਲੀ ਅਤੇ ਆਹ ਵਾਲੀ। ਤਾਂ 1 × 1 × 2, 2 × 1 × x3, 3 × 1 × y3, ठीक है। 3 × -1, 3 × -1 है × y3, ठीक है, इज इक्वल टू 0। ਹੁਣ ਜਦੋਂ ਇਹਨੂੰ ਸੋਲਵ ਕੀਤਾ ਤਾਂ ਕੀ ਬਣ ਗਿਆ, 2 + 2x3 + 3y3 इज इक्वल टू 0, ठीक है। 2 + 2x3 - 3y3 इज इक्वल टू 0। ਆ 2 ਚੀਜ਼ਾਂ ਬਣ ਗਈਆਂ ਆਪਣੇ ਕੋਲ, ਠੀਕ ਹੈ। ਨੈਕਸਟ ਹੈ ਆਪਣੇ ਕੋਲੇ, ਇਹਨਾਂ ਦੋਨਾਂ ਨੂੰ ਆਪਾਂ ਸੋਲਵ ਕੀਤਾ, ਦੋਨੇ ਇਕੁਏਸ਼ਨਾਂ ਨੂੰ ਸਿੰਪਲੀ ਐਡ ਕਰਤਾ। ਆ ਪਲੱਸ ਦਾ ਸੀ, ਆ ਮਾਈਨਸ ਦਾ ਸੀ, ਦੋਨੇ ਕੱਟ ਗਏ, ਤਾਂ ਆ ਰਹਿ ਗਿਆ 2 + 2 4, 2 + 2 4x3 ਇਜ਼ ਇਕੁਅਲ ਟੂ 0, ਠੀਕ ਹੈ। 4x3 ਇਜ਼ ਇਕੁਅਲ ਟੂ -4, x3 ਇਜ਼ ਇਕੁਅਲ ਟੂ -1। ਹੁਣ ਜਦੋਂ ਇਹਨੂੰ x3 ਇਜ਼ ਇਕੁਅਲ ਟੂ -1 ਨੂੰ ਇਹਦੇ ਵਿੱਚ ਪੁੱਟ ਕੀਤਾ ਤਾਂ ਕੀ ਆ ਗਿਆ, 2 + 2 × -1 + 3 × y3 ਇਜ਼ ਇਕੁਅਲ ਟੂ 0। ਤਾਂ ਇੱਥੇ 2 ਦਾ -2 ਹੋ ਗਿਆ, 2 - 2 ਇਜ਼ ਇਕੁਅਲ ਟੂ 0 + 3y3 ਇਜ਼ ਇਕੁਅਲ ਟੂ 0। ਆ 0 + 3y3 ਇਜ਼ ਇਕੁਅਲ ਟੂ 0 ਹੋ ਗਿਆ, ठीक है। तो y3 की हो गया 0 / 3 इज इक्वल टू 0। तो y3 की वैल्यू आ गई 0, x3 की वैल्यू की आ गई -1। तो आप जो इनू टेबल के पुट करते हैं तो आ जाऊगा 2 - 1 0, ठीक है। तो आ जोड़ा है अपना C3V दियाँ इररिड्यूसिबल रिप्रजेंटेशनस का टेबल है जोड़ा वो अपने को बन गया, ठीक है। तो उस तो बाद अपने को इस तरह ही करैक्टर टेबल्स ने जोड़े आप टेट्राहेड्रल, ऑक्टाहेड्रल ਜਾਂ ਹੋਰ D3H ਇੱਦਾਂ ਦੇ D4H ਜਿਹੜੇ ਹੈ ਉਹ ਆਪਾਂ ਸਾਰੇ ਦੇ ਸਾਰੇ ਡਰਾ ਕਰ ਸਕਦੇ, ਠੀਕ ਹੈ। ਤਾਂ ਅੱਜ ਦੇ ਆਪਾਂ ਇਸ ਵੀਡੀਓ ਦੇ ਵਿੱਚ ਇੰਨਾ ਹੀ ਕਰਾਂਗੇ। ਅਗਲੀ ਵੀਡੀਓ ਦੇ ਵਿੱਚ ਆਪਾਂ ਕਰੈਕਟਰ ਟੇਬਲਸ ਪੜ੍ਹਾਂਗੇ ਵੀ ਕਰੈਕਟਰ ਟੇਬਲ ਕੀ ਹੁੰਦੇ ਅਤੇ ਉਹਨਾਂ ਨੂੰ ਆਪਾਂ ਕਿਵੇਂ
ਜਿਹੜਾ ਹੈ ਡਰਾਈਵ ਕਰ ਸਕਦੇ ਹਾਂ। ਵੈਸੇ ਤਾਂ ਕਰੈਕਟਰ ਟੇਬਲ ਦੇ 4 ਕੇਸਿਸ ਹੁੰਦੇ ਨੇ, ਠੀਕ ਹੈ, ਵੀ ਉਹ ਕਿਵੇਂ ਡਰਾਈਵ ਕਰਨਾ ਆਪਾਂ ਸਾਰਾ ਕੁਛ ਪੜ੍ਹਾਂਗੇ, ਠੀਕ ਹੈ। ਅਤੇ ਇਹ ਜਿਹੜੀਆਂ ਇਰਰੀਡਿਊਸੀਬਲ ਰਿਪਰੈਜ਼ੈਂਟੇਸ਼ਨਸ ਨੇ ਇਹਨਾਂ ਨੂੰ ਨਾਮ ਕਿਵੇਂ ਦੇਈਦਾ ਉਹ ਸਾਰਾ ਕੁਛ ਆਪਾਂ ਅਗਲੀ ਵੀਡੀਓ ਦੇ ਵਿੱਚ ਕਰਾਂਗੇ, ਠੀਕ ਹੈ। ਅਤੇ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ। ਥੈਂਕ ਯੂ।